ਸ੍ਰੀ ਗੁਰੂ ਸਾਹਿਬ ਜੀਓ। ਪਾਤਾਲਾਂ ਪਾਤਾਲ ਲਖ, ਆਗਾਸ਼ਾਂ ਆਗਾਸ਼। ਓੜਕ ਓੜਕ ਭਾਲ ਥਕੇ, ਵੇਦ ਕਹਿਨ ਇੱਕ ਬਾਤ। ਸਹਸ 18 ਕਹਿਨ ਕਤਿਬਾਂ, ਅਸਲੂ ਇੱਕ ਧਾਤ। ਲੇਖਾ ਹੋਏ ਤਾਂ ਲਿਖੀਐ, ਲਿਖੈ ਹੋਏ ਵਿਨਾਸ਼। ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ। ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗ ਹੋ ਜੁਗੇ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਸਤਿਗੁਰਾਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸ਼ੁਭਾਇਮਾਨ ਗੁਰੂ ਸਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ ਇਹਨਾਂ ਪਾਵਨ ਦੀਵਾਨਾਂ ਦੇ ਅੰਦਰ ਬੜੇ ਪਿਆਰ, ਬੜੀ ਇਕਾਗਰਤਾ ਦੇ ਨਾਲ ਜੁੜ ਕੇ ਸਤਿਗੁਰ ਕੀ ਪਾਵਨ ਬਾਣੀ ਦਾ ਆਨੰਦ ਕੀਰਤਨ ਦੇ ਰੂਪ ਵਿੱਚ ਆਪ ਜੀ ਮਾਣ ਰਹੇ ਸੋ। ਧੰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ, ਸਤਿਗੁਰਾਂ ਦੀ ਪਾਵਨ ਪਵਿੱਤਰ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਅੰਮ੍ਰਿਤ ਬਚਨ, ਪਾਵਨ ਜਪ ਬਾਣੀ ਦੀ ਵਿਚਾਰ ਇਹਨਾਂ ਪਾਵਨ ਦੀਵਾਨਾਂ ਵਿੱਚ ਆਪ ਜੀ ਪਿਛਲੇ ਸਮੇਂ ਤੋਂ ਲੈ ਕਰਕੇ ਸਰਵਨ ਕਰ ਰਹੇ ਹੋ। ਸਾਧ ਸੰਗਤ, ਅੱਜ ਵਿਚਾਰ ਅਧੀਨ ਇਹ ਪਾਵਨ ਪੌੜੀ 22 ਨੰਬਰ ਪੌੜੀ ਸਾਹਿਬਾਂ ਦੀ ਪਾਵਨ ਬਾਣੀ ਵਿੱਚੋਂ ਆਪ ਜੀ ਨੇ ਸਰਵਣ ਕੀਤੀ ਹੈ। ਆਓ ਇਸ ਪਾਵਨ ਪੌੜੀ ਨੂੰ ਗੁਰੂ ਦੀ ਕਿਰਪਾ ਨਾਲ ਆਪਾਂ ਰਲ ਮਿਲ ਕੇ ਵਿਚਾਰਨਾ ਹੈ। ਆਪ ਜਿਤਨੇ ਤਨ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠੇ ਹੋ, ਕਰੋ ਕਿਰਪਾ ਸਾਧ ਸੰਗਤ ਜੀ। ਵਿਚਾਰਾਂ ਦੀ ਆਰੰਭ ਕਰਨ ਤੋਂ ਪਹਿਲਾਂ ਆਪ ਸੰਗਤ ਗੁਰੂ ਰੂਪ ਹੋ ਦਾਸਰੇ ਨੂੰ ਅਸੀਸ ਬਖਸ਼ੋ, ਤਾਂ ਕਿ ਸਤਿਗੁਰਾਂ ਦੇ ਨਾ ਪਾਵਨ ਬਚਨਾਂ ਦੀ ਵਿਚਾਰ ਆਪਾਂ ਰਲ ਮਿਲ ਕੇ ਸੰਪੂਰਨ ਕਰ ਸਕੀਏ। ਕਰੋ ਕਿਰਪਾ, ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ, ਸਤਿਗੁਰਾਂ ਨੇ ਕਿਰਪਾ ਕੀਤੀ ਹੈ ਅੰਮ੍ਰਿਤਮਈ ਬਾਣੀ ਦੇ ਅੰਦਰ। ਜਿੱਥੋਂ ਤੱਕ ਆਪਾਂ ਕੱਲ ਅੰਮ੍ਰਿਤ ਬਚਨਾਂ ਦੀ ਵਿਚਾਰ ਕੀਤੀ, ਉੱਥੇ ਸਤਿਗੁਰਾਂ ਨੇ ਮਿਹਰਮਤ ਕਰਕੇ ਇਹਨਾਂ ਬਚਨਾਂ ਨੂੰ ਕੋਟ ਕੀਤਾ ਕਿ ਉਹ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਦੇ ਦਰ ਤੇ ਉਹਦੇ ਅੰਮ੍ਰਿਤ ਗੁਣਾਂ ਨੂੰ ਸਮਝਿਆਂ ਤੋਂ ਬਿਨਾਂ, ਉਹਦੇ ਹੁਕਮ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕੀਤਿਆਂ ਤੋਂ ਬਿਨਾਂ, ਜਾਂ ਇਉਂ ਕਹਿ ਲਈਏ ਸਾਧ ਸੰਗਤ ਵੀ ਜਿਹੜਾ ਉਹਦਾ ਹੁਕਮ ਨਿਰੰਤਰ ਇਸ ਕਾਇਨਾਤ ਦੇ ਅੰਦਰ ਵਰਤ ਰਿਹਾ ਹੈ, ਉਸ ਹੁਕਮ ਦੇ ਅੰਦਰ ਚੱਲਿਆਂ ਤੋਂ ਬਿਨਾਂ, ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ, ਤੋ ਉਸ ਪਰਿਪੂਰਨ ਪਰਮਾਤਮਾ ਦੇ ਹੁਕਮ ਨੂੰ ਬੂਝ ਨਹੀਂ ਸਕਦਾ। ਇਸ ਜੀਵਨ ਦੇ ਵਰਤਾਰੇ ਸੁਖ ਦੁੱਖ ਦੀ ਅਵਸਥਾ ਤੋਂ ਉੱਪਰ ਨਹੀਂ ਉੱਠ ਸਕਦਾ। ਮਨੁੱਖ ਸੰਸਾਰ ਦੇ ਅੰਦਰ ਅਨੇਕਾਂ ਚੀਜ਼ਾਂ ਦਾ ਸਹਾਰਾ ਲੈਂਦਾ ਹੈ, ਜਪਾਂ ਦਾ, ਤਪਾਂ ਦਾ। ਉਹ ਧਾਰਮਿਕ ਗ੍ਰੰਥਾਂ ਨੂੰ ਮੰਤਰਾਂ ਦੀ ਤਰ੍ਹਾਂ ਪੂਜਦਾ ਹੈ, ਤਾਂ ਕਿ ਇਹਨਾਂ ਗ੍ਰੰਥਾਂ ਦੇ ਮੰਤਰਾਂ ਨੂੰ ਪੂਜਨ ਕਰਕੇ ਮੈਨੂੰ ਮੇਰੇ ਮਨ ਦੀਆਂ ਇੱਛਾਵਾਂ ਪੂਰੀਆਂ ਹੋ ਜਾਣ, ਮੈਨੂੰ ਮਨ ਇੱਛੇ ਫਲ ਪ੍ਰਾਪਤ ਹੋ ਜਾਣ। ਸਾਧ ਸੰਗਤ ਇੱਕ ਬੜੀ ਪੁਰਾਣੀ ਮਨੋਤ ਹੈ ਸੰਸਾਰ ਦੇ ਅੰਦਰ। ਮਨੁੱਖ ਦੇ ਸਾਹਮਣੇ ਧਰਮ ਸਿਰਫ ਉਹਦੀਆਂ ਜ਼ਰੂਰਤਾਂ ਨੂੰ ਪੂਰਨ ਕਰਨ ਦਾ ਇੱਕ ਸਾਧਨ ਬਣ ਕੇ ਰਿਹਾ ਹੈ, ਔਰ ਅੱਜ ਵੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਸਤਿਗੁਰ ਨੇ ਧਰਮ ਦੇ ਅਸਲੀ ਮੰਤਵ ਨੂੰ ਸੰਸਾਰ ਦੇ ਸਾਹਮਣੇ ਰੱਖਿਆ। ਸਾਧ ਸੰਗਤ, ਇਹਨੂੰ ਤੁਸੀਂ ਬੜੇ ਸੌਖੇ ਤਰੀਕੇ ਨਾਲ ਆਪਣੇ ਜੀਵਨ ਵਿੱਚ ਸਮਝ ਸਕਦੇ ਹੋ। ਕਿਸੇ ਬੱਚੇ ਨੇ
ਜੇਕਰ ਡਾਕਟਰ ਬਣਨਾ ਹੈ ਨਾ ਸਾਧ ਸੰਗਤ, ਤੇ ਡਾਕਟਰ ਬਣਨ ਦਾ ਇੱਕੋ ਹੀ ਤਰੀਕਾ ਹੈ, ਉਹਨੂੰ ਡਾਕਟਰੀ ਪੜ੍ਹਾਈ ਜਿਹੜੀ ਹੈ ਉਹ ਕਰਨੀ ਪਏਗੀ। ਜੇਕਰ ਉਹ ਬਾਜ਼ਾਰ ਦੇ ਅੰਦਰੋਂ ਡਾਕਟਰ ਦੀਆਂ, ਜਿੰਦੇ ਵਿੱਚ ਡਾਕਟਰੀ ਪੜ੍ਹੀ ਜਾਣੀ ਹੈ, ਉਹ ਕਿਤਾਬਾਂ ਵੱਧ ਤੋਂ ਵੱਧ ਖਰੀਦ ਕੇ ਆਪਣੇ ਘਰ ਲਿਆਵੇ ਔਰ ਉਹਨਾਂ ਕਿਤਾਬਾਂ ਨੂੰ ਉਹ ਰੋਜ਼ ਸਵੇਰੇ ਉੱਠ ਕੇ ਧੂਖ ਬੱਤੀ ਕਰੇ। ਉਹਨਾਂ ਕਿਤਾਬਾਂ ਦੇ ਲਈ ਸੋਹਣਾ ਅਸਥਾਨ ਬਣਾ ਕੇ ਉੱਥੇ ਉਹਨਾਂ ਨੂੰ ਸਜਾ ਕੇ ਰੱਖੇ। ਹੋਰ ਵੀ ਜ਼ਰੂਰਤ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਕੁਝ ਕਰੇ। ਪਰ ਧਿਆਨ ਦੇਣਾ, ਸਿਰਫ ਬਾਹਰ ਮੁਖੀ ਐਸੇ ਅਡੰਬਰ ਕਰਨ ਦੇ ਨਾਲ, ਐਸੇ ਕਰਮ ਕਰਨ ਦੇ ਨਾਲ, ਭਾਵੇਂ ਉਹ ਕਿੰਨੇ ਸਾਲ ਲਗਾਤਾਰ ਕੰਟੀਨਿਊ ਕਿਉਂ ਨਾ ਕਰਦਾ ਰਵੇ, ਸਾਧ ਸੰਗਤ ਉਹ ਇਨਸਾਨ ਕਦੀ ਡਾਕਟਰ ਨਹੀਂ ਬਣ ਪਾਏਗਾ। ਉਹਦੇ ਲਈ ਬਕਾਇਦਾ ਉਹਨੂੰ ਉਹਨਾਂ ਕਿਤਾਬਾਂ ਨੂੰ ਪੜ੍ਹਨਾ ਪਏਗਾ। ਉਹਨਾਂ ਕਿਤਾਬਾਂ ਦੀ ਪੜ੍ਹਾਈ ਨੂੰ ਪ੍ਰੈਕਟੀਕਲ ਰੂਪ ਵਿੱਚ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ ਪਏਗਾ। ਫਿਰ ਜਾ ਕੇ ਕਿਤੇ ਉਹਨੂੰ ਉਹ ਡਾਕਟਰ ਦੀ ਡਿਗਰੀ ਪ੍ਰਾਪਤ ਹੋਏਗੀ ਪੇਪਰ ਐਗਜ਼ਾਮ ਦੇਣ ਤੋਂ ਬਾਅਦ। ਇਸੇ ਤਰ੍ਹਾਂ ਸਾਧ ਸੰਗਤ ਜੀ, ਧਰਮ ਦਾ ਫਲਸਫਾ ਜਿਹੜਾ ਸਾਡੇ ਜੀਵਨ ਦੇ ਵਿੱਚ ਲਾਗੂ ਹੁੰਦਾ ਹੈ। ਜੇਕਰ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਲਈ ਸੋਹਣੇ ਅਸਥਾਨ ਵੀ ਬਣਾ ਲਏ, ਸਤਿਗੁਰਾਂ ਦੇ ਲਈ ਸੋਹਣੇ ਚੰਦੋਆ ਸਾਹਿਬ ਤੇ ਹੋਰ ਸਤਿਗੁਰਾਂ ਦੇ ਰੁਮਾਲਾ ਸਾਹਿਬ ਆਦਿਕ ਚੀਜ਼ਾਂ ਵੀ ਬੜੀਆਂ ਖੂਬਸੂਰਤ, ਬੜੀਆਂ ਸੋਹਣੀਆਂ ਸਤਿਗੁਰਾਂ ਦੇ ਲਈ ਆਪਣੇ ਵੱਲੋਂ ਭੇਟ ਕਰ ਦਿੱਤੀਆਂ, ਜਾਂ ਜਿਨ੍ਹਾਂ ਵਿੱਚ ਸਤਿਗੁਰਾਂ ਦੇ ਲਈ ਮਾਨ ਸਤਿਕਾਰ ਦੇ ਵਜੋਂ ਜਿਨ੍ਹਾਂ ਵਿੱਚ ਸਤਿਗੁਰਾਂ ਨੂੰ ਰੱਖਿਆ ਗਿਆ, ਉਹ ਹਰ ਚੀਜ਼ ਅਸੀਂ ਆਲੇ ਦਰਜੇ ਦੀ ਬਹੁਤ ਸੋਹਣੀ ਚੀਜ਼ ਸਤਿਗੁਰਾਂ ਦੇ ਲਈ ਤਿਆਰ ਵੀ ਕਰ ਲਈ। ਪਰ ਗੱਲ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਉਦਮ ਤੇਰੇ ਜੀਵਨ ਵਿੱਚ ਪੂਰਨ ਹੋਣੀ ਹੈ ਜਿਦਨ ਇਸ ਅੰਮ੍ਰਿਤ ਖਜ਼ਾਨੇ ਨੂੰ ਤੂੰ ਖੋਲ ਕੇ ਪੜ੍ਹੇਗਾ, ਸਮਝੇਗਾ, ਫਿਰ ਤੈਨੂੰ ਅਸਲ ਮੰਤਵ ਸਮਝ ਵਿੱਚ ਆਏਗਾ। ਅਜੇ ਸਾਧ ਸੰਗਤ ਸਾਡੀ ਮਨੋਬਿਰਤੀ ਕੀ ਹੈ? ਮੈਨੂੰ ਮਾਫ ਕਰ ਦੇਣਾ ਮੈਂ ਜਿਹੜੇ ਬਚਨ ਕਹਿਣ ਲੱਗਾ। ਸਾਡੇ ਜੀਵਨ ਦੇ ਵਿੱਚ ਕੋਈ ਪੀੜਾ ਆ ਜਾਏ ਤੇ ਅਸੀਂ ਭੱਜੇ ਭੱਜੇ ਗੁਰੂ ਘਰ ਵਿੱਚ ਆਉਂਦੇ ਹਾਂ। ਸਾਡਾ ਪਹਿਲਾ ਸਵਾਲ ਹੀ ਗੁਰਦੁਆਰੇ ਅੰਦਰ ਗੁਰੂ ਕੇ ਵਜ਼ੀਰ ਨੂੰ, ਭਾਈ ਸਾਹਿਬ ਨੂੰ ਇਹ ਹੁੰਦਾ ਹੈ ਵੀ ਭਾਈ ਸਾਹਿਬ ਸਾਨੂੰ ਗੁਰਬਾਣੀ ਦਾ ਕੋਈ ਸ਼ਬਦ ਦੇ ਦਿਓ, ਜਿਸ ਸ਼ਬਦ ਦੇ ਨਾਲ ਸਾਡੇ ਘਰ ਦੇ ਵਿੱਚ ਆਇਆ ਇਹ ਕਲੇਸ਼ ਦੂਰ ਹੋ ਜਾਏ। ਮੰਨ ਲਓ ਕਿਸੇ ਦਾ ਕੋਈ ਕੋਰਟ ਵਿੱਚ ਕੇਸ ਚੱਲਦਾ ਪਿਆ, ਉਹ ਆ ਕੇ ਕਹੇਗਾ ਭਾਈ ਸਾਹਿਬ ਮੈਨੂੰ ਬਾਣੀ ਦੇ ਵਿੱਚੋਂ ਕੋਈ ਐਸਾ ਸ਼ਬਦ ਦੇ ਦਿਓ ਵੀ ਮੈਂ ਕੋਰਟ ਦੇ ਵਿੱਚੋਂ ਕੇਸ ਜਿੱਤ ਜਾਵਾਂ। ਕੋਈ ਇਨਸਾਨ ਆ ਕੇ ਇਹ ਆਖੇ ਵੀ ਭਾਈ ਸਾਹਿਬ ਜੀ ਸਾਡੇ ਘਰ ਵਿੱਚ ਆ ਫਲਾਣਾ ਦੁੱਖ ਹੈ, ਕੋਈ ਐਸਾ ਸ਼ਬਦ ਦੇ ਦਿਓ ਜਿੰਦੇ ਨਾਲ ਇਹ ਦੁੱਖ ਸਾਡੇ ਘਰ ਵਿੱਚੋਂ ਕੱਟਿਆ ਜਾਏ। ਮੈਂ ਫਿਰ ਬੇਨਤੀ ਕਰਦੇ ਹਾਂ ਸਾਧ ਸੰਗਤ, ਗੁਰਬਾਣੀ ਨੇ ਸਾਡੇ ਮਨ ਦੇ ਰੋਗ ਦੂਰ ਕਰਨੇ ਨੇ। ਮਨ ਦੇ ਰੋਗ ਦੂਰ ਹੋਣਗੇ ਤੇ ਤਨ ਦੇ ਰੋਗ ਆਪਣੇ ਆਪ ਦੂਰ ਹੋ ਜਾਣਗੇ। ਜੇ ਸਾਡੇ ਮਨ ਦੇ ਰੋਗ ਦੂਰ ਨਹੀਂ ਹੋਏ, ਖਿਆਲ ਕਰਿਓ ਤਨ ਦੇ ਰੋਗ ਦੂਰ ਕਰਨ ਦੇ ਲਈ ਸੰਸਾਰ ਦੇ ਅੰਦਰ ਬੜੇ ਵੈਦ ਹਕੀਮ ਡਾਕਟਰ ਨੇ, ਪਰ ਮਨ ਦਾ ਰੋਗ ਕਿਸੇ ਜਗ੍ਹਾ ਤੋਂ ਠੀਕ ਨਹੀਂ ਹੁੰਦਾ। ਆਪ ਖਿਆਲ ਕਰਿਓ ਕੋਈ ਇਨਸਾਨ ਮੈਂਟਲੀ ਤੌਰ ਤੇ ਡਿਸਟਰਬ ਹੋ ਜਾਏ, ਉਹ ਕਿਸੇ ਵੈਦ ਹਕੀਮ ਡਾਕਟਰ ਕੋਲੋਂ ਜਾਏ, ਉਹ ਜ਼ਿਆਦਾ ਤੋਂ ਜ਼ਿਆਦਾ ਕੀ ਕਰ ਸਕਦਾ ਹੈ? ਉਸ ਬੰਦੇ ਨੂੰ ਨੀਂਦ ਦੀ ਦਵਾਈ ਦੇ ਕੇ ਕਹਿ ਸਕਦਾ ਹੈ ਵੀ ਇਹਦੇ ਮਾਈਂਡ ਨੂੰ ਥੋੜਾ ਰਿਲੈਕਸ ਮਿਲ ਜਾਏ, ਆਰਾਮ ਮਿਲ ਜਾਏ। ਪਰ ਜਿਵੇਂ ਉਹ ਨੀਂਦ ਤੋਂ ਉੱਠਦਾ ਹੈ, ਉਹਦਾ ਦਿਮਾਗ ਫਿਰ ਉਹਨਾਂ ਚੀਜ਼ਾਂ ਦੇ ਵਿੱਚ ਉਲਝ ਜਾਂਦਾ ਹੈ, ਉਹ ਫਿਰ ਆਪਣੀ ਪੁਰਾਣੀ ਅਵਸਥਾ ਵਿੱਚ ਆ ਜਾਂਦਾ ਹੈ। ਪਰ ਗੁਰੂ ਕੀ ਕਰਦਾ ਹੈ? ਸਤਿਗੁਰ ਸਾਨੂੰ ਐਸੇ ਅੰਮ੍ਰਿਤ ਬਚਨਾਂ ਦਾ ਸਹਾਰਾ ਦੇ ਦਿੰਦਾ ਹੈ ਸਾਧ ਸੰਗਤ, ਜਿਨ੍ਹਾਂ ਬਚਨਾਂ ਦੇ ਨਾਲ ਸਾਡਾ ਮਨ ਥਿਰ ਹੋ ਜਾਂਦਾ ਹੈ। ਜਿਹਨੂੰ ਤੁਸੀਂ ਬਾਣੀ ਵਿੱਚ ਪੜ੍ਹਦੇ ਹੋ ਨਾ, ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਬਾਹਰ ਦੇ ਇਹ ਅਡੰਬਰ ਤੇਰੇ ਅੰਦਰ ਨੂੰ ਬਦਲਣਗੇ ਨਹੀਂ। ਭਾਵੇਂ ਉਹ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ ਹੋਵੇ, ਭਾਵੇਂ ਤਪ ਕਰਨੇ ਹੋਣ, ਭਾਵੇਂ ਦਿੱਤਾ ਹੋਇਆ ਦਾਨ, ਉਹ ਜੇਕਰ ਬਾਹਰ ਮੁਖੀ ਕਿਸੇ ਸਵਾਰਥੀ ਦੀ ਸਿੱਧੀ ਤੇ ਟਿਕਿਆ ਹੋਇਆ ਹੈ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਇਹਨਾਂ ਨਾਲ ਤਿਲ ਜਿੰਨਾ ਕਿਸੇ ਨੂੰ ਮਾਨ ਨਹੀਂ ਮਿਲਦਾ। ਅੱਜ ਮੇਰੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਜਿੱਥੇ ਕੱਲ ਸਤਿਗੁਰਾਂ ਨੇ ਵਿਚਾਰ ਰੋਕੀ ਸੀ ਕਿ ਉਹ ਮਾਲਕ ਬੜਾ ਵੱਡਾ ਹੈ, ਉਹਦਾ ਨਾਮ ਬੜਾ ਵੱਡਾ ਹੈ,
ਉਹਨੇ ਜੋ ਕੁਝ ਕੀਤਾ ਹੈ ਉਹ ਸਭ ਉਹਦੀ ਆਪਣੀ ਰਚਨਾ ਹੈ। ਉਹਦੀ ਰਚਨਾ ਨੂੰ ਸਮਝਣਾ ਹੈ ਬੰਦਿਆ ਤੇਰੇ ਲਈ ਬਹੁਤ ਮੁਸ਼ਕਿਲ ਹੈ, ਤੇਰੇ ਲਈ ਅਸੰਭਵ ਹੈ, ਕਿਉਂਕਿ ਉਹ ਇੰਨਾ ਬੇਅੰਤ ਹੈ। ਤੇ ਜੇਕਰ ਕੋਈ ਮਨੁੱਖ ਇਹ ਆਖੇ ਵੀ ਨਹੀਂ ਮੈਂ ਜਾਣ ਲਵਾਂਗਾ, ਸਤਿਗੁਰੂ ਜੀ ਨੇ ਬਚਨ ਸੰਕੋਚੇ ਸਨ, ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋ ਹੈ। ਉਹ ਪ੍ਰਮਾਤਮਾ ਦੇ ਘਰ ਦੇ ਵਿੱਚ ਸ਼ੋਭਾ ਨਹੀਂ ਪਾਉਂਦਾ, ਉਹ ਪ੍ਰਮਾਤਮਾ ਦੇ ਘਰ ਵਿੱਚ ਸਤਕਾਰਿਆ ਨਹੀਂ ਜਾਂਦਾ। ਜੇਕਰ ਕੋਈ ਮਨੁੱਖ ਇਹ ਆਖਦਾ ਵੀ ਨਹੀਂ ਮੈਂ ਪ੍ਰਮਾਤਮਾ ਦੇ ਕੀਤੇ ਹੋਏ ਨੂੰ ਜਾਣ ਲਿਆ ਹੈ। ਸਤਿਗੁਰ ਨੇ ਬਾਣੀ ਅੰਦਰ ਐਸਾ ਬੜਿਆਂ ਦਾ ਜ਼ਿਕਰ ਕੀਤਾ ਹੈ। ਪਾਤਸ਼ਾਹ ਜੀ ਦੇ ਬਚਨ ਤੁਸੀਂ ਪੜ੍ਹਦੇ ਹੋ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਸਨਕ ਸਨੰਦ ਮਹੇਸ਼ ਸਮਾਨਾ, ਸ਼ੇਖ ਨਾਗ ਤੇਰੋ ਮਰਮ ਨਾ ਜਾਨਾ, ਸੰਤ ਸੰਗਤ ਰਾਮ ਹਿਰਦੈ ਬਸਾਏ, ਹਨੂਮਾਨ ਸਰ ਗਰੁੜ ਸਮਾਨਾ, ਸੁਰਪਤ ਨਰਪਤ ਨਹੀਂ ਗੁਣ ਜਾਨਾ, ਚਾਰ ਵੇਦ ਅਰ ਸਿਮਰਤ ਪੁਰਾਨਾ, ਕਮਲਾ ਪਤ ਕਮਲਾ ਨਹੀਂ ਜਾਨਾ, ਕਹਿ ਕਬੀਰ ਸੋ ਭਰਮੈ ਨਾਹੀ, ਪਗ ਲਗ ਰਾਮ ਰਹਿ ਸ਼ਰਨਾਹੀ। ਸਤਿਗੁਰ ਕਹਿੰਦੇ ਨੇ ਭਾਵੇਂ ਬ੍ਰਹਮਾ ਦੇ ਪੁੱਤਰ, ਭਾਵੇਂ ਵਿਸ਼ਨੂੰ ਦਾ ਭਗਤ, ਭਾਵਾਂ ਹਨੂਮਾਨ, ਭਾਵਾਂ ਸ਼ਿਵ ਜੀ, ਸਤਿਗੁਰ ਕਹਿੰਦੇ ਨੇ ਕੋਈ ਵੀ ਹੇ ਮੇਰੇ ਮਾਲਕ ਤੇਰੇ ਮਰਮ ਨੂੰ, ਤੇਰੇ ਭੇਦ ਨੂੰ ਜਾਣ ਨਹੀਂ ਸਕੇ। ਤੂੰ ਕਿੰਨਾ ਵੱਡਾ ਹੈ। ਅਸਲ ਵਿੱਚ ਜਿਸ ਨੂੰ ਥੋੜੀ ਜੀ ਵਡਿਆਈ ਪ੍ਰਮਾਤਮਾ ਦੀ ਕੁਦਰਤ ਵਿੱਚੋਂ ਮਿਲ ਗਈ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਉਹ ਆਪਣੀ ਵਡਿਆਈ ਦੀ ਹੰਗਤਾ ਦੇ ਵਿੱਚ ਹੀ ਸੰਸਾਰ ਵਿੱਚ ਪਚ ਗਿਆ। ਤਾਂ ਹੀ ਗੁਰੂ ਰਾਮਦਾਸ ਕਹਿੰਦੇ ਨੇ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ, ਵਿੱਚ ਹਉਮੈ ਕਾਰ ਕਮਾਈ, ਜਿਨ ਕੀਏ ਤਿਸੈ ਨਾ ਚੇਤੈ ਬਪੜੇ, ਹਰ ਗੁਰਮੁਖ ਸੋਝੀ ਪਾਈ। ਸਭ ਕਹਿੰਦੇ ਨੇ ਜਿਹਨੇ ਥਾਪਿਆ ਬਣਾਇਆ ਸਾਜਿਆ ਉਸ ਪ੍ਰਮਾਤਮਾ ਉਸ ਅਕਾਲ ਪੁਰਖ ਨੂੰ ਸਮਝ ਨਹੀਂ ਸਕੇ। ਇਸੇ ਕਰਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਅੱਜ ਬਖਸ਼ਿਸ਼ ਕਰਦੇ ਨੇ। ਸਤਿਗੁਰਾਂ ਨੇ ਇੱਥੇ ਅਣਮਤ ਦਾ ਇੱਕ ਹੋਰ ਵਿਚਾਰ ਸਾਡੇ ਸਾਹਮਣੇ ਰੱਖੇ। ਪਾਤਸ਼ਾਹ ਜੀ ਦੇ ਪਾਵਨ ਬਚਨ ਸਾਹਿਬ ਕਹਿੰਦੇ ਨੇ ਪਾਤਾਲਾਂ ਪਾਤਾਲ ਲਖ, ਆਗਾਸ਼ਾਂ ਆਗਾਸ਼, ਓੜਕ ਓੜਕ ਭਾਲ ਥਕੇ, ਵੇਦ ਕਹਿਣ ਇੱਕ ਬਾਤ। ਪਾਤਸ਼ਾਹ ਕਹਿੰਦੇ ਨੇ ਪਾਤਾਲਾਂ ਪਾਤਾਲ ਲਖ, ਆਗਾਸ਼ਾਂ ਆਗਾਸ਼, ਲੱਖਾਂ ਹੀ ਪਾਤਾਲ ਲੱਖਾਂ ਹੀ ਆਕਾਸ਼। ਧਿਆਨ ਦੇਣਾ, ਪਾਤਾਲਾਂ ਦੇ ਥੱਲੇ ਪਾਤਾਲ, ਪਾਤਾਲਾਂ ਦੇ ਥੱਲੇ ਪਾਤਾਲ, ਲੱਖਾਂ ਹੀ, ਆਗਾਸ਼ਾਂ ਦੇ ਉੱਪਰ ਆਕਾਸ਼, ਆਕਾਸ਼ਾਂ ਦੇ ਉੱਪਰ ਆਕਾਸ਼, ਲੱਖਾਂ ਹੀ। ਇੱਥੇ ਜਿਹੜਾ ਲੱਖ ਸ਼ਬਦ ਹੈ ਸਾਧ ਸੰਗਤ, ਇਸ ਸ਼ਬਦ ਨੂੰ ਆਖਿਆ ਜਾਂਦਾ ਹੈ ਦੇਲੀ ਦੀਪਕ ਸ਼ਬਦ। ਬਾਣੀ ਅੰਦਰ ਐਸੇ ਬੇਅੰਤ ਸ਼ਬਦ ਆਉਂਦੇ ਨੇ। ਇਹਨਾਂ ਸ਼ਬਦਾਂ ਦਾ ਭਾਵ ਹੁੰਦਾ ਹੈ ਜਿਹੜਾ ਸ਼ਬਦਾਂ ਦੇ ਦੋਨਾਂ ਪ੍ਰਕਰਨਾਂ ਦੇ ਨਾਲ ਜੁੜਦੇ ਨੇ। ਜਿਵੇਂ ਪਾਤਾਲ ਲੱਖ ਆਖਿਆ ਜਾਏਗਾ ਤੇ ਆਕਾਸ਼ ਲੱਖ, ਇਹ ਲੱਖ ਸ਼ਬਦ ਦੋਨਾਂ ਪਾਸੇ ਜੁੜੇਗਾ। ਦੇਲੀ ਦੀਪਕ ਸ਼ਬਦ ਸਾਧ ਸੰਗਤ ਉਹ ਸ਼ਬਦ ਹੁੰਦੇ ਨੇ ਜਿਵੇਂ ਘਰ ਦੀ ਦਹਲੀਜ਼ ਹੁੰਦੀ ਹੈ। ਅਸੀਂ ਦਹਲੀਜ਼ ਤੇ ਕੋਈ ਦੀਵਾ ਬਾਲ ਦਈਏ, ਉਹ ਬਲਿਆ ਹੋਇਆ ਦਹਲੀਜ਼ ਤੇ ਦੀਵਾ ਉਹ ਘਰ ਦੇ ਅੰਦਰ ਵੀ ਰੋਸ਼ਨੀ ਦੇਗਾ ਤੇ ਘਰ ਦੇ ਬਾਹਰ ਵੀ ਰੋਸ਼ਨੀ ਦੇਗਾ। ਭਾਵ ਲੱਖ ਸ਼ਬਦ ਪਾਤਾਲ ਦੇ ਨਾਲ ਵੀ ਆਏਗਾ ਤੇ ਲੱਖ ਸ਼ਬਦ ਆਕਾਸ਼ ਦੇ ਨਾਲ ਵੀ ਆਏਗਾ। ਲੱਖਾਂ ਹੀ ਪਾਤਾਲ ਤੇ ਲੱਖਾਂ ਹੀ ਆਕਾਸ਼। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਮੇਰੇ ਮਾਲਕ ਜੀ ਵੇਦ ਕਹਿਣ ਇੱਕ ਬਾਤ, ਜਿਹੜੇ ਧਾਰਮਿਕ ਗ੍ਰੰਥ ਵੇਦ ਆਦਿਕ ਧਾਰਮਿਕ ਪੁਸਤਕਾਂ ਨੇ, ਪਾਤਸ਼ਾਹ ਕਹਿੰਦੇ ਨੇ ਉਹ ਅਖੀਰ ਅੰਤ ਨੂੰ ਇੱਕ ਗੱਲ ਵਾਰ-ਵਾਰ ਬੋਲ ਕੇ ਕਹਿੰਦੇ ਨੇ ਕਿ ਲੱਖਾਂ ਹੀ ਪਾਤਾਲ ਨੇ ਤੇ ਲੱਖਾਂ ਹੀ ਆਕਾਸ਼ ਨੇ ਪ੍ਰਮਾਤਮਾ ਦੀ ਇਸ ਬਣਾਈ ਰਚਨਾ ਦੇ ਅੰਦਰ। ਧਿਆਨ ਦੇਣਾ, ਇਹ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਮਤ ਨਹੀਂ ਹੈ। ਅਸੀਂ ਬੜੀ ਵਾਰੀ ਵਿਚਾਰ ਕਰਦੇ ਹਾਂ, ਇਹ ਕਹਿੰਦੇ ਹਾਂ। ਮੈਂ ਵੀ ਅੱਜ ਤੋਂ ਪਹਿਲਾਂ ਸਾਧ ਸੰਗਤ ਇਹ ਗੱਲ ਕਹਿੰਦਾ ਰਿਹਾ, ਪਰ ਜਦੋਂ ਬਾਣੀ ਨੂੰ ਥੋੜੀ ਗਹਿਰਾਈ ਨਾਲ ਸਮਝੀਏ, ਇੱਕ ਹੁੰਦਾ ਹੈ ਸਿਰਫ ਸ਼ਬਦ ਪੜ੍ਹ ਲਿਆ ਤੇ ਅਸੀਂ ਸਿਰਫ ਉਸ ਸ਼ਬਦ ਦੇ ਸ਼ਬਦੀ ਅਰਥਾਂ ਨੂੰ ਸਮਝ ਲਿਆ, ਪਰ ਜਿੰਨੀ ਦੇਰ ਤੱਕ ਉਹਨਾਂ ਸ਼ਬਦਾਂ ਦੇ ਭਾਵ ਅਰਥ ਨਹੀਂ ਸਮਝਦੇ ਉਨੀ ਦੇਰ ਤੱਕ ਸਮਝ ਨਹੀਂ ਆਉਂਦੀ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇਹਦੇ ਵਿੱਚ ਕਹਿ ਕੀ ਰਹੇ ਨੇ। ਇੱਥੇ ਸਤਿਗੁਰਾਂ ਨੇ ਵੇਦਾਂ ਦੀ ਗੱਲ ਕੀਤੀ ਹੈ। ਅਸੀਂ ਅੱਜ ਤੱਕ ਇਹੀ ਸ਼ਬਦ ਕਹਿੰਦੇ ਰਹੇ ਹਾਂ ਵੀ ਇਹ ਗੁਰੂ ਨਾਨਕ ਸਾਹਿਬ ਜੀ ਦਾ ਮਤ ਹੈ ਵੀ ਲੱਖਾਂ ਹੀ ਪਾਤਾਲ ਨੇ, ਲੱਖਾਂ ਹੀ ਆਕਾਸ਼ ਨੇ। ਨਹੀਂ, ਗੁਰੂ ਨਾਨਕ ਪਾਤਸ਼ਾਹ ਜੀ ਤੇ ਇਸ ਤੋਂ ਪਹਿਲਾਂ ਕਹਿ ਕੇ ਗਏ ਨੇ ਸਾਧ ਸੰਗਤ। ਆਪ ਜਿਸ ਤੋਂ ਪਹਿਲੀਆਂ ਪੌੜੀਆਂ ਵਿੱਚ ਪੜ੍ਹ ਕੇ ਗਏ, ਜਿੱਥੇ ਸਾਹਿਬ ਨੇ ਕਿਹਾ ਅਸੰਖ ਨਾਮ ਅਸੰਖ ਥਾਮ, ਅਗੰਮ ਅਗੰਮ ਅਸੰਖ ਲੋ। ਇਹ ਮੇਰੇ ਮਾਲਕ ਜੀ ਉਹਨਾਂ ਥਾਵਾਂ ਦੀ ਗਿਣਤੀ ਨਹੀਂ
ਉਹਨਾਂ ਨਾਵਾਂ ਦੀ ਗਿਣਤੀ ਨਹੀਂ, ਕਿੰਨੇ ਹੀ ਲੋਕ ਨੇ, ਉਹਨਾਂ ਲੋਕਾਂ ਦੀ ਗਿਣਤੀ ਨਹੀਂ, ਉਹਨਾਂ ਦੀ ਗਿਣਤੀ ਛੱਡੋ, ਸਤਿਗੁਰ ਕਹਿੰਦੇ ਨੇ ਉਹਨਾਂ ਤੱਕ ਕੋਈ ਪਹੁੰਚ ਹੀ ਨਹੀਂ ਸਕਦਾ। ਇਹਦਾ ਮਤਲਬ ਇਹ ਪ੍ਰਮਾਤਮਾ ਦੀ ਬਣਾਈ ਕੁਦਰਤ ਬੇਅੰਤ ਹੈ। ਇਸ ਬੇਅੰਤ ਕੁਦਰਤ ਦੇ ਅੰਦਰ ਸਤਿਗੁਰ ਕਹਿੰਦੇ ਨੇ ਲੱਖਾਂ ਪਾਤਾਲ ਨਹੀਂ, ਅਰਬਾਂ ਖਰਬਾਂ ਗਿਣਤੀ ਤੋਂ ਪਰੇ ਅਸੰਖਾਂ ਹੀ ਪਾਤਾਲ ਤੇ ਅਸੰਖਾਂ ਹੀ ਆਕਾਸ਼ ਨੇ। ਧਿਆਨ ਦੇਣਾ ਸਾਧ ਸੰਗਤ, ਅਸਮਾਨ ਅੰਦਰ ਅਸੀਂ ਰਾਤ ਨੂੰ ਜਦੋਂ ਬਾਹਰ ਨਿਕਲਦੇ ਹਾਂ ਤੇ ਅਸਮਾਨ ਅੰਦਰ ਚਮਕਦੇ ਤਾਰਿਆਂ ਵੱਲ ਸਾਡਾ ਧਿਆਨ ਜਾਂਦਾ ਹੈ, ਜਿਨ੍ਹਾਂ ਨੂੰ ਨਛੱਤਰ ਵੀ ਆਖਿਆ ਜਾਂਦਾ ਹੈ। ਇਹਨਾਂ ਤਾਰਿਆਂ ਦੀ ਚਾਲ ਨੂੰ ਵੇਖ ਕੇ ਜੋਤਿਸ਼ ਮਨੁੱਖ ਦੇ ਜੀਵਨ ਦੇ ਬਾਰੇ ਕਿਆਸ ਲਾ ਕੇ ਮਨੁੱਖ ਨੂੰ ਦੱਸਦਾ ਹੈ। ਹਾਲਾਂਕਿ ਉਹ ਸਭ ਇੱਕ ਮਨੌਤ ਹੁੰਦੀ ਹੈ, ਉਹਦਾ ਗੁਰਮਤ ਦੇ ਨਾਲ ਕੋਈ ਸੰਬੰਧ ਨਹੀਂ, ਉਹ ਸਿਰਫ ਮਨੁੱਖ ਦੇ ਮਨ ਨੂੰ ਭਰਮਾਂ ਵਿੱਚ ਪਾਉਣ ਦੀ ਇੱਕ ਗੱਲ ਹੁੰਦੀ ਹੈ। ਖੈਰ, ਆਪਾਂ ਜਿਨ੍ਹਾਂ ਬਚਨਾਂ ਨੂੰ ਸਮਝਣਾ ਹੈ, ਜਦੋਂ ਆਪਾਂ ਬਾਹਰ ਖੁੱਲੇ ਅਸਮਾਨ ਦੇ ਅੰਦਰ ਹੁੰਦਾ ਚਮਕਦੇ ਹੋਏ ਤਾਰਿਆਂ ਨੂੰ ਵੇਖਨੇ ਆ ਸਾਧ ਸੰਗਤ, ਉਹ ਹਰ ਇੱਕ ਚਮਕਦਾ ਤਾਰਾ ਸਾਇੰਸ ਇਹ ਕਹਿੰਦੀ ਇਸ ਧਰਤੀ ਤੋਂ ਵੀ ਵੱਡਾ ਤਾਰਾ ਇਸ ਧਰਤੀ ਤੋਂ ਵੀ ਵੱਡਾ ਹੈ। ਇਹਨਾਂ ਮਤਲਬ ਹੈ ਉਹ ਚਮਕਦਾ ਹੋਇਆ ਤਾਰਾ ਆਪਣੇ ਆਪ ਵਿੱਚ ਇੱਕ ਬ੍ਰਹਿਮੰਡ ਹੈ। ਉਹ ਚਮਕਦੀ ਹੋਈ ਰੋਸ਼ਨੀ ਆਪਣੇ ਆਪ ਵਿੱਚ ਇੱਕ ਬੜਾ ਵੱਡਾ ਆਕਾਸ਼, ਆਪਣੇ ਆਪ ਵਿੱਚ ਇੱਕ ਬੜਾ ਵੱਡਾ ਬ੍ਰਹਿਮੰਡ ਹੈ। ਤੇ ਖਿਆਲ ਕਰਿਓ, ਸਤਿਗੁਰ ਕਹਿੰਦੇ ਨੇ ਲੱਖਾਂ ਹੀ ਨੇ ਤਾਰੇ ਅਸਮਾਨ ਦੇ ਵਿੱਚ, ਔਰ ਇਸ ਧਰਤੀ ਦੇ ਥੱਲੇ ਪਤਾ ਨਹੀਂ ਕਿਤਨੇ ਹੀ ਪਾਤਾਲ ਨੇ। ਇੱਕ ਮਨੋਤ ਸਤਿਗੁਰ ਨੇ ਪਿੱਛੇ ਵੀ ਰੱਦ ਕੀਤੀ, ਜਿੱਥੇ ਇਹ ਗੱਲ ਆਈ ਕਿ ਇਸ ਧਰਤੀ ਨੂੰ ਬਲਦ ਨੇ ਆਪਣੇ ਸਿੰਘ ਤੇ ਚੁੱਕਿਆ ਹੋਇਆ ਹੈ। ਬਾਬੇ ਨਾਨਕ ਨੇ ਆਖਿਆ ਵੀ ਉਸ ਧਰਤੀ ਦੇ ਥੱਲੇ, ਉਸ ਬਲਦ ਦੇ ਥੱਲੇ ਵੀ ਕੋਈ ਚੀਜ਼ ਹੋਣੀ ਹੈ। ਫਿਰ ਜਿਹਨੂੰ ਉਹ ਬਲਦ ਨੇ ਚੁੱਕਿਆ, ਉਹਨੇ ਆਖਿਆ ਉਸ ਬਲਦ ਦੇ ਥੱਲੇ ਕੋਰ ਧਰਤੀ ਹੈ। ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਫਿਰ ਇਸ ਢੰਗ ਨਾਲ ਤੇ ਕਿੰਨੀਆਂ ਹੀ ਧਰਤੀਆਂ ਨੇ, ਉਹਨਾਂ ਧਰਤੀਆਂ ਦੀ ਗਿਣਤੀ ਕੀਤੀ ਨਹੀਂ ਜਾ ਸਕਦੀ। ਅਖੀਰ ਨੂੰ ਕਿਤੇ ਜਾ ਕੇ ਤੇ ਤੁਹਾਨੂੰ ਰੁਕਣਾ ਪਏਗਾ। ਇਹਦਾ ਮਤਲਬ ਕਿਤੇ ਜਾ ਕੇ ਤੇ ਕੋਈ ਸੱਤਾ, ਕੋਈ ਤਾਕਤ, ਕੋਈ ਬਲ ਹੈ ਜਿਹੜਾ ਧਰਤੀ ਨੂੰ ਰੋਕ ਕੇ ਬੈਠਾ ਹੈ। ਉਹ ਜਿਹੜਾ ਬਲ ਹੈ ਉਹਨੂੰ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇੱਕ ਓੰਕਾਰ। ਉਹਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਸਤਨਾਮ। ਉਹਨੂੰ ਬਾਬਾ ਨਾਨਕ ਜੀ ਕਹਿੰਦੇ ਨੇ ਕਰਤਾ ਪੁਰਖ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਵੇਦ ਇੱਕ ਗੱਲ ਕਹਿੰਦੇ ਨੇ ਕਿ ਪਾਤਾਲ ਵੀ ਲੱਖਾਂ ਹੀ ਨੇ ਤੇ ਆਕਾਸ਼ ਵੀ ਲੱਖਾਂ ਹੀ ਨੇ। ਓੜਕ ਦਾ ਆਖਰੀ ਅਰਥ ਹੁੰਦਾ ਹੈ ਅਖੀਰ, ਅੰਤ। ਪਾਤਸ਼ਾਹ ਕਹਿੰਦੇ ਨੇ ਇਹ ਇਹਨਾਂ ਦੇ ਅੰਦਰ ਕਿੰਨੇ ਹੀ ਰਿਸ਼ੀ ਮੁਨੀ ਬੋਲ ਕੇ ਅਖੀਰ ਨੂੰ ਇਹ ਗੱਲ ਕਹਿ ਗਏ, ਭਾਲ ਥੱਕੇ, ਭਾਲ ਕੇ ਥੱਕ ਗਏ। ਵੇਦ ਕਹਿਣ ਇੱਕ, ਵਾਤ ਸ਼ਬਦ ਹੈ ਸਾਧ ਸੰਗਤ, ਬਾਤ ਨਹੀਂ ਹੈ। ਵਾਤ ਦਾ ਮਤਲਬ ਹੈ ਗੱਲ ਜਾਂ ਜ਼ੁਬਾਨ। ਉਹ ਇੱਕੋ ਹੀ ਗੱਲ ਕਹਿੰਦੇ ਹਨ ਕਿ ਇਹ ਪ੍ਰਮਾਤਮਾ ਦੀ ਬਣਾਈ ਕੁਦਰਤ ਬੇਅੰਤ ਹੈ। ਇਹ ਪ੍ਰਮਾਤਮਾ ਦੀ ਬਣਾਈ ਕੁਦਰਤ ਵਿੱਚ ਲੱਖਾਂ ਹੀ ਪਾਤਾਲ ਤੇ ਲੱਖਾਂ ਹੀ ਆਕਾਸ਼ ਨੇ। ਧਿਆਨ ਦੇਣਾ, ਇਹ ਲੱਖ ਗਿਣਤੀ ਇੱਕ ਸਿਰਫ ਮਨੁੱਖ ਦੇ ਜ਼ੁਬਾਨੀ ਕਿਹਾ ਹੋਇਆ ਹਿੰਦਸਾ ਹੈ। ਕਿਉਂਕਿ ਜ਼ੁਬਾਨ ਜਦੋਂ ਕੁਝ ਬੋਲਦੀ, ਆਪਾਂ ਕਿਸੇ ਨੂੰ ਜਦੋਂ ਕਹਿੰਦੇ ਆ ਵੀ ਭਾਈ ਸਾਹਿਬ, ਜਿਵੇਂ ਕੋਈ ਗੁਰਪੁਰਬ ਆਇਆ ਤੇ ਕਿਸੇ ਬੰਦੇ ਨੂੰ ਆਪਾਂ ਕਹਿੰਦੇ ਆ ਵੀ ਤੁਹਾਨੂੰ ਗੁਰਪੁਰਬ ਦੀਆਂ ਲੱਖਾਂ ਲੱਖਾਂ ਵਧਾਈਆਂ ਹੋਣ। ਉਹਨੂੰ ਲੱਖ ਲੱਖ ਸ਼ਬਦ ਦਾ ਮਤਲਬ ਇਹ ਨਹੀਂ ਵੀ ਗਿਣਤੀ ਦੇ ਲੱਖ, ਲੱਖ ਦਾ ਮਤਲਬ ਇਹ ਬਹੁਤ ਸਾਰੀਆਂ। ਜਾਂ ਫਿਰ ਸੰਸਾਰ ਦੇ ਅੰਦਰ ਐਸੇ ਕਈ ਸ਼ਬਦ ਨੇ ਸਾਧ ਸੰਗਤ। ਇਸੇ ਤਰ੍ਹਾਂ ਇਹ ਸ਼ਬਦ ਸਿਰਫ ਮਨੁੱਖੀ ਮਨ ਦੀ ਭਾਵਨਾ ਨੂੰ ਵਿਅਕਤ ਕਰਦੇ ਨੇ ਵੀ ਲੱਖਾਂ ਦਾ ਮਤਲਬ ਇਹ ਬਹੁਤ, ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ। ਤੇ ਸਤਿਗੁਰ ਨੇ ਫਿਰ ਅੱਗੇ ਇਸਲਾਮਿਕ ਧਰਮ ਦੇ ਕੁਝ ਮਨੌਤਾਂ ਦਾ ਵੀ ਜ਼ਿਕਰ ਕੀਤਾ ਹੈ। ਪਾਤਸ਼ਾਹ ਕਹਿੰਦੇ ਨੇ ਸਹਿਸ 18। ਸਹਿਸ ਦਾ ਮਤਲਬ ਹੁੰਦਾ ਹੈ ਹਜ਼ਾਰਾਂ, 18 ਦਾ ਮਤਲਬ ਹੁੰਦਾ ਹੈ 18, ਗਿਣਤੀ ਦਾ ਹਿੰਸਾ। ਪਾਤਸ਼ਾਹ ਕਹਿੰਦੇ ਨੇ ਇਹ ਜਿਹੜੀ ਗੱਲ ਹੈ ਵੀ ਸਹਿਸ 18 ਕਹਿਨ ਕਤੇਬਾਂ ਅਸਲੂ ਇੱਕ ਧਾਤ। ਮੁਸਲਮਾਨ ਤੇ ਈਸਾਈ ਮਤ ਦੀਆਂ ਜਿਹੜੀਆਂ 4 ਕਤੇਬਾਂ ਨੇ, ਧਿਆਨ ਦੇਣਾ, ਉਹਨਾਂ ਕਤੇਬਾਂ ਦੀ ਜਿਹੜਾ ਨਾਮ ਹੈ ਕੁਰਾਨ, ਅੰਜੀਲ, ਤੰਬੂਰ ਤੇ ਤੌਰੇਤ। ਇਹ 4 ਜਿਹੜੀਆਂ ਨੇ ਇਸਲਾਮ ਧਰਮ ਦੀਆਂ ਜਿਹੜੀਆਂ ਨੇ ਪੁਸਤਕਾਂ ਨੇ, ਧਾਰਮਿਕ ਗ੍ਰੰਥ ਜਿਨ੍ਹਾਂ ਨੂੰ ਅਸੀਂ ਕਹਿ ਸਕਨੇ ਆ। ਔਰ ਇਸ ਤੋਂ ਬਾਅਦ ਸਹਿਸ 18। ਸਹਿਸ 18 ਦਾ ਮਤਲਬ ਹੈ ਹਜ਼ਾਰਾਂ, 18,000 ਆਲਮ। ਇਹ ਇਸਲਾਮ ਦੇ ਮੁਤਾਬਕ
ਉਹਨਾਂ ਦੇ ਅੰਦਰ 18,000 ਆਲਮਾਂ ਦਾ ਜ਼ਿਕਰ ਹੈ। ਸਾਧ ਸੰਗਤ, ਇੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਮਨੋਤ ਦਾ ਖੰਡਨ ਕੀਤਾ। ਸਤਿਗੁਰ ਕਹਿੰਦੇ ਨੇ 18,000 ਆਲਮ ਤੇ ਕਤੇਬ ਜਿਹੜੇ ਧਾਰਮਿਕ ਗ੍ਰੰਥ ਨੇ, ਉਹਨਾਂ ਗ੍ਰੰਥਾਂ ਦਾ ਇਸਲਾਮਿਕ ਧਰਮ ਦੇ ਅੰਦਰ ਅਸਲੂ ਇੱਕ ਧਾਤ। ਪਾਤਸ਼ਾਹ ਕਹਿੰਦੇ ਨੇ ਇਹਨੇ 18,000 ਲੱਖਾਂ ਆਲਮ ਵੀ ਕੁਦਰਤ ਦੀ ਗਿਣਤੀ ਦੇ ਵਿੱਚ ਵਰਤੇ ਨਹੀਂ ਜਾ ਸਕਦੇ। ਭਾਵ ਜੇ ਅਸੀਂ ਇਹ ਆਖੀਏ ਵੇਦ ਕਹਿਨ ਇੱਕ ਬਾਤ, ਸਹਿਸ 18 ਕਹਿਨ ਕਤੇਬਾਂ, ਅਸਲੂ ਇੱਕ ਧਾਤ। ਅਸਲੂ ਦਾ ਮਤਲਬ ਹੈ ਮੁੱਢ, ਧਾਤ ਦਾ ਮਤਲਬ ਹੈ ਧਾਰਨ ਕਰਨ ਵਾਲਾ ਇੱਕ ਪਰਮਾਤਮਾ। ਇਹ ਸਾਰੀ ਸ੍ਰਿਸ਼ਟੀ ਨੂੰ ਧਾਰਨ ਕਰਨ ਵਾਲਾ ਇੱਕ ਪਰਮਾਤਮਾ ਹੈ। ਭਾਵ ਜੇ ਅਸੀਂ ਲੱਖਾਂ ਦੀ ਗਿਣਤੀ ਵੀ ਸਿੱਧ ਕਰਕੇ ਆਖੀਏ ਵੀ ਲੱਖਾਂ ਦੀ ਗਿਣਤੀ ਹੈ, ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਲੱਖ ਸ਼ਬਦ ਵਰਤਣਾ ਵੀ ਉਹ ਵੀ ਠੀਕ ਨਹੀਂ। ਅਸਲੂ ਇਹ ਸਾਰੇ ਪਸਾਰੇ ਦਾ ਜਿਹੜਾ ਮੁੱਢ ਹੈ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹ ਇੱਕ ਪਰਮਾਤਮਾ ਹੈ। 18,000 ਆਲਮ ਤੇ 4 ਜਿਹੜੀਆਂ ਕਤੇਬਾਂ ਨੇ, ਅੰਜੀਲ, ਤੌਰੇਤ, ਜ਼ੰਬੂਰ ਤੇ ਕੁਰਾਨ। ਸਤਿਗੁਰ ਕਹਿੰਦੇ ਨੇ ਇਹਨਾਂ ਨੂੰ ਭਾਲ ਕੇ ਇਹਨਾਂ ਦੀ ਗੱਲ ਕਰਨ ਵਾਲੇ ਉਹ ਵੀ ਥੱਕ ਗਏ। ਉਹਨਾਂ ਨੇ ਵੀ ਇੱਕੋ ਹੀ ਗੱਲ ਆਖੀ ਅਖੀਰ ਵਿੱਚ ਜਾ ਕੇ ਵੀ ਨਹੀਂ, ਇਸ ਪਰਮਾਤਮਾ ਦੀ ਕੁਦਰਤ ਦਾ ਕੋਈ ਅੰਤ ਨਹੀਂ। ਸਾਡੇ ਲਈ ਲੱਖ ਸ਼ਬਦ ਵਰਤਣਾ ਵੀ ਪਾਤਸ਼ਾਹ ਕਹਿੰਦੇ ਨੇ ਇਹ ਭਾਰ ਹੈ ਸਿਰ ਦੇ ਉੱਤੇ। ਜਿਵੇਂ ਸਤਿਗੁਰ ਨੇ ਪਿੱਛੇ ਸ਼ਬਦ ਵਰਤਿਆ ਸੀ ਨਾ ਵੀ ਅਸੰਖ ਕਹਿ ਸਿਰ ਭਾਰ ਹੋਏ। ਇੱਥੇ ਬਾਬਾ ਨਾਨਕ ਜੀ ਕਹਿੰਦੇ ਨੇ ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀ ਹੈ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਦਾ ਲੇਖਾ ਜੇ ਹੋਏਗਾ ਤੇ ਤਾਂ ਹੀ ਤੇ ਲਿਖਿਆ ਜਾਏਗਾ ਨਾ, ਲੇਖੇ ਹੋਏ ਵਿਨਾਸ਼। ਸਤਿਗੁਰ ਕਹਿੰਦੇ ਨੇ ਅਸਲ ਵਿੱਚ ਜਿਨ੍ਹਾਂ ਅੱਖਰਾਂ ਦੇ ਨਾਲ ਤੂੰ ਦਾ ਲੇਖਾ ਲਿਖ ਰਿਹਾ, ਪਾਤਸ਼ਾਹ ਕਹਿੰਦੇ ਨੇ ਇਹ ਅੱਖਰ ਤੇ ਮੁੱਕ ਜਾਣ ਵਾਲੇ ਨੇ, ਖਤਮ ਹੋ ਜਾਣ ਵਾਲੇ ਨੇ। ਲੇਖੇ ਹੋਏ ਵਿਨਾਸ਼, ਪਾਤਸ਼ਾਹ ਕਹਿੰਦੇ ਨੇ ਇਹ ਲੇਖਾਂ ਦਾ ਹੀ ਖਾਤਮਾ ਹੋ ਜਾਂਦਾ ਹੈ। ਭਾਵ ਗਿਣਤੀ ਦੇ ਹਿੰਦਸੇ ਮੁੱਕ ਜਾਣਗੇ, ਪਰ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਪਰਮਾਤਮਾ ਦੇ ਲੇਖੇ ਨਹੀਂ ਲਿਖੇ ਜਾ ਸਕਦੇ। ਉਹ ਕਿੰਨਾ ਬੇਅੰਤ ਹੈ। ਜਿਵੇਂ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਨਾ, ਇਹ ਅੱਖਰ ਖਿਰ ਜਾਏਂਗੇ। ਇਹ ਜਿਹੜੇ ਅੱਖਰ ਅਸੀਂ ਬੋਲਨੇ ਆ, ਇਹ ਅੱਖਰ ਵੀ ਮੁੱਕ ਜਾਂਦੇ ਨੇ, ਪਰ ਪਾਤਸ਼ਾਹ ਕਹਿੰਦੇ ਨੇ ਉਹਦੇ ਗੁਣ ਇੰਨੇ ਬੇਅੰਤ ਨੇ ਜਿਹੜੇ ਕਦੀ ਮੁੱਕਦੇ ਨਹੀਂ। ਉਹ ਇਹਨਾਂ ਅੱਖਰਾਂ ਦੇ ਅੰਦਰ ਬੰਨਿਆ ਜਾ ਹੀ ਨਹੀਂ ਸਕਦਾ ਕਿਸੇ ਢੰਗ, ਕਿਸੇ ਤਰੀਕੇ ਦੇ ਨਾਲ ਵੀ। ਇਹ ਸਾਡੀ ਅੰਦਰ ਦੀ ਇੱਕ ਭਾਵਨਾ ਹੁੰਦੀ ਹੈ ਕਿ ਅਸੀਂ ਜੋ ਕੁਝ ਜਾਣਿਆ ਉਸ ਜਾਣੇ ਹੋਏ ਨੂੰ ਅਸੀਂ ਅੱਖਰਾਂ ਦਾ ਰੂਪ ਦੇ ਦਿੱਤਾ। ਸਾਧ ਸੰਗਤ, ਉਹ ਅੱਖਰਾਂ ਦਾ ਰੂਪ ਜੋ ਅਸੀਂ ਜਾਣਿਆ, ਵੇਖਿਆ, ਪੜ੍ਹਿਆ, ਬੋਲਿਆ, ਸਮਝਿਆ, ਉਹਨੂੰ ਅਸੀਂ ਅੱਖਰਾਂ ਦੇ ਨਾਲ ਪਰੋ ਕੇ ਚਲੇ ਗਏ। ਕਿਉਂਕਿ ਆਉਣ ਵਾਲੀ ਸਾਡੀ ਜਨਰੇਸ਼ਨ ਨੂੰ ਉਹਨਾਂ ਅੱਖਰਾਂ ਤੋਂ ਸਮਝ ਆ ਜਾਏ ਵੀ ਸਾਡੇ ਵੱਡੇ ਵਡੇਰਿਆਂ ਨੇ ਜਾ ਚੁੱਕੀ ਜਨਰੇਸ਼ਨ ਨੇ ਇਸ ਸਮਾਜਿਕ ਪ੍ਰਸਾਰੇ ਦੇ ਵਿੱਚੋਂ ਕਿਹੜੀ ਚੀਜ਼ ਖੋਜੀ ਹੈ। ਉਹ ਫਿਰ ਉਸ ਖੋਜ ਨੂੰ ਉੱਥੋਂ ਸ਼ੁਰੂ ਕਰਦੇ ਨੇ ਤੇ ਅੱਗੇ ਤੱਕ ਜਾਂਦੇ ਨੇ। ਹੁਣ ਧਿਆਨ ਦੇਣਾ ਸਾਧ ਸੰਗਤ, ਜੇ ਅੱਖਰ ਨਾ ਹੁੰਦੇ, ਖਿਆਲ ਕਰੋ ਜੇ ਇਹ ਅੱਖਰਾਂ ਦਾ ਵਰਤਾਰਾ ਨਾ ਹੁੰਦਾ, ਆਪਾਂ ਜੀਵਨ ਜਿਉ ਕੇ ਚਲੇ ਗਏ, ਜੋ ਕੁਝ ਵੇਖਿਆ, ਜੋ ਕੁਝ ਸੰਸਾਰ ਦੇ ਅੰਦਰ ਭ੍ਰਮਣ ਕੀਤਾ, ਬੰਦਾ ਉਹਨੂੰ ਲਿਖ ਨਾ ਸਕਦਾ ਹੋਵੇ। ਮੇਰਾ ਸੰਸਾਰ ਦੇ ਅੰਦਰ ਸੋਚਿਆ ਸਮਝਿਆ ਮੇਰੇ ਤੱਕ ਹੀ ਸੀਮਤ ਰਹਿ ਜਾਂਦਾ। ਮੇਰੇ ਮਰਨ ਤੋਂ ਬਾਅਦ ਉਹ ਆਉਣ ਵਾਲੀ ਜਨਰੇਸ਼ਨ ਤੱਕ ਨਾ ਪਹੁੰਚਦਾ, ਆਉਣ ਵਾਲੀ ਪੀੜ੍ਹੀ ਤੱਕ ਨਾ ਪਹੁੰਚਦਾ। ਧਿਆਨ ਦੇਣਾ, ਇਹ ਸਾਡੇ ਅੱਖਰ ਇਹ ਸੰਸਾਰ ਦੇ ਵਿਕਾਸ ਦਾ ਇੱਕ ਕਾਰਨ ਬਣ ਗਏ। ਇਹ ਸੰਸਾਰ ਦੇ ਅੰਦਰ ਦੇ ਪਸਾਰੇ ਨੂੰ ਸਮਝਣ ਦਾ ਇੱਕ ਕਾਰਨ ਬਣ ਗਏ। ਇਸੇ ਕਰਕੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਲੇਖਾ ਹੋਏ ਤਾਂ ਲਿਖੀਏ। ਸਤਿਗੁਰ ਕਹਿੰਦੇ ਨੇ ਉਹ ਲੇਖੇ ਵਿੱਚ ਹੋਏ ਤਾਂ ਹੀ ਤੇ ਉਹਦਾ ਲੇਖਾ ਲਿਖਿਆ ਜਾ ਸਕਦਾ ਹੈ। ਉਹ ਤੇ ਬੇਅੰਤ ਹੈ। ਧਿਆਨ ਦੇਣਾ, ਲੇਖਾ ਫਿਰ ਬੇਨਤੀ ਕਰਦੇ ਆ, ਲੇਖਾ ਤੁਸੀਂ ਉਸ ਚੀਜ਼ ਦਾ ਲਿਖ ਸਕਦੇ ਹੋ ਸਾਧ ਸੰਗਤ ਜੀ ਜਿਹੜੀ ਚੀਜ਼ ਕਿਸੇ ਟਾਈਮ ਪੀਰੀਅਡ ਦੇ ਅੰਦਰ ਹੋਵੇ। ਤੁਸੀਂ ਕਿਸੇ ਬੰਦੇ ਦਾ ਲੇਖਾ ਲਿਖ ਸਕਦੇ ਹੋ, ਇਹਨੇ ਜੀਵਨ ਵਿੱਚ ਕਿੰਨੇ ਮਾੜੇ ਕਰਮ ਕੀਤੇ, ਕਿੰਨੇ ਚੰਗੇ ਕਰਮ ਕੀਤੇ। ਹਾਲਾਂਕਿ ਉਹ ਵੀ ਬਿਆਨ ਕਰਨਾ ਬੜਾ ਔਖਾ ਹੈ, ਪਰ ਕਿਸੇ ਹੱਦ ਤੱਕ ਜਿਹੜੀ ਚੀਜ਼ ਇੱਕ ਟਾਈਮ ਪੀਰੀਅਡ ਦੇ ਅੰਦਰ ਹੈ ਤੁਸੀਂ ਉਹਦੇ ਬਾਬਤ ਬਿਆਨ ਕਰ ਸਕਦੇ ਹੋ। ਪਰ ਸਤਿਗੁਰ ਕਹਿੰਦੇ ਨੇ ਜਿੰਦੇ ਤੇ ਸਮਾਂ ਲਾਗੂ ਹੀ ਨਹੀਂ ਹੁੰਦਾ। ਬਾਬੇ ਨਾਨਕ ਨੇ ਤੇ ਮੂਲ ਮੰਤਰ ਦੀ ਪਹਿਲੀ ਪੌੜੀ ਵਿੱਚ, ਪਹਿਲੇ ਮੂਲ ਮੰਤਰ ਦੇ ਵਿੱਚ ਹੀ ਕਹਿ ਦਿੱਤਾ ਵੀ ਉਹ ਤੇ ਅਜੂਨੀ ਹੈ।
ਉਹ ਤੇ ਅਕਾਲ ਮੂਰਤ ਹੈ, ਸਮੇਂ ਦਾ ਉਹਦੇ ਤੇ ਕੋਈ ਪ੍ਰਭਾਵ ਨਹੀਂ ਹੈ। ਤੇ ਜਿਹੜਾ ਸਮੇਂ ਦੇ ਅਧੀਨ ਹੀ ਨਹੀਂ ਹੈ, ਧਿਆਨ ਦੇਣਾ ਸਾਧ ਸੰਗਤ, ਉਹਦੇ ਲੇਖੇ ਕਿਵੇਂ ਲਿਖੇ ਜਾਣਗੇ? ਬਾਬਾ ਨਾਨਕ ਜੀ ਕਹਿੰਦੇ ਨੇ ਲੇਖਾ ਹੋਏ, ਲੇਖਾ ਜੇ ਹੋਏ ਤਾਂ ਲਿਖੀਏ, ਤਾਂ ਲਿਖਿਆ ਜਾ ਸਕਦਾ ਹੈ ਜੇ ਲੇਖੇ ਵਿੱਚ ਹੋਵੇ। ਲੇਖੇ ਵਿੱਚ ਅਸੀਂ ਤੁਸੀਂ ਸਭ ਆ, ਪਰਮਾਤਮਾ ਲੇਖੇ ਵਿੱਚ ਨਹੀਂ ਹੈ। ਰੱਬ ਦੀ ਬਣਾਈ ਇਹ ਕੁਦਰਤ ਬੇਅੰਤ ਹੈ ਸਾਧ ਸੰਗਤ ਜੀ, ਲੇਖੇ ਹੋਏ ਵਿਨਾਸ਼। ਪਾਤਸ਼ਾਹ ਕਹਿੰਦੇ ਨੇ ਤੇਰੇ ਲੇਖੇ ਲਿਖਣ ਵਾਲਿਆ, ਇੱਕ ਗੱਲ ਚੇਤੇ ਰੱਖੀ, ਜਿਨ੍ਹਾਂ ਅੱਖਰਾਂ ਦੇ ਨਾਲ ਲੇਖਾ ਲਿਖ ਰਿਹਾ, ਅੱਖਰ ਮੁੱਕ ਜਾਂਦੇ ਨੇ, ਇਹ ਹਿੰਦਸੇ ਵੀ ਖਤਮ ਹੋ ਜਾਂਦੇ ਨੇ, ਕਿਵੇਂ ਉਹਦੇ ਗੁਣਾਂ ਨੂੰ ਬਿਆਨ ਕਰੇਗਾ? ਜਿਵੇਂ ਕੋਈ ਬੰਦਾ ਸਮੁੰਦਰ ਦੇ ਕਿਨਾਰੇ ਤੇ ਬੈਠਾ ਹੋਵੇ, ਸਮੁੰਦਰ ਦੇ ਕਿਨਾਰੇ ਤੇ ਬੈਠਾ ਕਿ ਸਮੁੰਦਰ ਬੜਾ ਡੂੰਘਾ ਹੈ, ਤੇ ਉਹਨੂੰ ਆਖਿਆ ਜਾਏ ਤੈਨੂੰ ਕਿਵੇਂ ਪਤਾ ਹੈ? ਉਹ ਆਖੇ ਸਮੁੰਦਰ ਦੀ ਗਹਿਰਾਈ ਤੋਂ ਪਤਾ ਲੱਗਦਾ ਪਿਆ, ਤੂੰ ਵੇਖੀ ਗਹਿਰਾਈ? ਅੰਦਰ ਟੁੱਬੀ ਮਾਰ ਕੇ ਤੇ ਬੰਦਾ 20-25-30 ਮੀਟਰ ਤੱਕ ਗਿਆ, ਬਾਹਰ ਆ ਗਿਆ, ਕਹਿੰਦਾ ਮੈਂ 25-30 ਮੀਟਰ ਤੱਕ ਜਾ ਕੇ ਆਇਆ, ਸਮੁੰਦਰ ਬਹੁਤ ਗਹਿਰਾ ਹੈ। ਤੂੰ 25-30 ਮੀਟਰ ਤੱਕ ਜਾ ਕੇ ਆਇਆ, ਥੋੜਾ ਹੋਰ ਥੱਲੇ ਚਲਾ ਜਾਂਦਾ, ਕੀ ਪਤਾ ਹੁੰਦਾ ਅੰਤ ਆ ਜਾਂਦਾ। ਉਹ ਹੋਰ ਥੋੜਾ ਗਹਿਰਾਈ ਵਿੱਚ ਗਿਆ, ਕਿੰਨੀ ਵਾਰੀ ਗਿਆ, ਪਰ ਅੰਤ ਨੂੰ ਨੇ ਇੱਕੋ ਹੀ ਗੱਲ ਆਖੀ, ਮੈਂ ਹਜ਼ਾਰਾਂ ਮੀਟਰ ਥੱਲੇ ਤੱਕ ਜਾ ਕੇ ਆ ਗਿਆ, ਪਰ ਉਸ ਸਮੁੰਦਰ ਦਾ ਕੋਈ ਤਲਾ ਨਹੀਂ, ਉਹ ਕਿੰਨਾ ਕੁ ਡੂੰਘਾ ਹੈ ਸਮਝ ਨਹੀਂ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ, ਜਹ ਜਹ ਦੇਖਾਂ ਤਹ ਤਹ ਤੂੰ ਹੈ, ਤੁਝ ਤੇ ਨਿਕਸ਼ੀ ਫੂਟ ਮਰਾਂ, ਨਾਨਕ ਵੱਡਾ ਆਖੀਏ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਸ ਕਰਤੇ ਨੂੰ ਵੱਡਾ ਆਖ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹਨੂੰ ਹਿੰਦਸਿਆਂ ਵਿੱਚ ਬੰਨਿਆ ਨਹੀਂ ਜਾ ਸਕਦਾ। ਅਸੀਂ ਤੁਸੀਂ ਜਿੰਨਾ ਕੁਝ ਲਿਖਨੇ ਆ ਸਮਝਨੇ ਆ, ਉਹ ਸਿਰਫ ਅੱਖਰਾਂ ਦਾ ਰੂਪ ਇਸ ਕਰਕੇ ਤਾਂ ਕਿ ਦੂਜਿਆਂ ਨੂੰ ਪਤਾ ਲੱਗ ਸਕੇ। ਧਿਆਨ ਦੇਣਾ ਸਾਧ ਸੰਗਤ, ਇਹਦਾ ਮਤਲਬ ਇਹ ਨਹੀਂ ਹੈ ਵੀ ਉਹਨੂੰ ਲੇਖੇ ਵਿੱਚ ਲਿਖ ਲਵਾਂਗੇ। ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਵਾਰ-ਵਾਰ ਅੰਮ੍ਰਿਤ ਬਾਣੀ ਵਿੱਚ ਪਰਮਾਤਮਾ ਦੀ ਬੇਅੰਤਤਾਈ ਦਾ ਜ਼ਿਕਰ ਕੀਤਾ ਹੈ, ਵਾਰ-ਵਾਰ ਕੀਤਾ, ਇੱਕ ਵਾਰ ਨਹੀਂ, ਹਰ ਵਾਰ ਸਤਿਗੁਰ ਨੇ ਇਹੀ ਗੱਲ ਆਖੀ ਹੈ ਕਿ ਮੇਰੇ ਮਾਲਕ ਜੀ ਤੂੰ ਬੇਅੰਤ ਕੋ ਵਿਰਲਾ ਜਾਣੇ। ਸਤਿਗੁਰ ਤੂੰ ਕਿੰਨਾ ਡੂੰਘਾ ਹੈ, ਕੋਈ ਵਿਰਲਾ ਜਾਣਦਾ ਹੈ। ਜਿਹੜਾ ਜਾਣਦਾ ਹੈ ਉਹਦੀ ਜ਼ੁਬਾਨ ਬੰਦ ਹੋ ਜਾਂਦੀ ਹੈ। ਉਹ ਕਹਿੰਦਾ ਸਤਿਗੁਰ ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀ ਹੈ। ਤੇ ਜਿਹੜਾ ਨਹੀਂ ਜਾਣਦਾ, ਸੱਚ ਵਿੱਚ ਉਹ ਹੋਸੇ ਕਿਆਸ ਲਾ ਰਿਹਾ, ਉਹ ਲਿਖੀ ਜਾ ਰਿਹਾ, ਉਹਦੇ ਸਰੀਰ ਦਾ ਅੰਤ ਹੋ ਜਾਂਦਾ ਹੈ, ਉਹਨਾਂ ਦਾ ਅੰਤ ਨਹੀਂ ਹੁੰਦਾ। ਇਸੇ ਕਰਕੇ ਪਾਤਸ਼ਾਹ ਕਹਿੰਦੇ ਨੇ ਹੇ ਨਾਨਕ ਜੀ ਉਹਨੂੰ ਵੱਡਾ ਆਖ, ਆਪੇ ਜਾਣੇ ਆਪ। ਉਹ ਆਪਣੀ ਕੁਦਰਤ ਦੇ ਪਸਾਰੇ ਨੂੰ ਆਪ ਜਾਣਦਾ ਹੈ, ਉਹ ਕਿੰਨਾ ਵੱਡਾ ਹੈ, ਉਹ ਆਪਣੇ ਆਪ ਨੂੰ ਆਪ ਜਾਣਦਾ ਹੈ। ਇਹ ਉਹੀ ਬਚਨ ਨੇ ਸਾਧ ਸੰਗਤ ਜੋ ਪਿੱਛੇ ਅਸੀਂ ਪੜ੍ਹ ਕੇ ਆ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੇ ਸਾਈ ਪਲਿਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਨਾਨਕ ਵੱਡਾ ਆਖੀਏ ਆਪੇ ਜਾਣੇ ਆਪ, ਉਹ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ, ਬੰਦੇ ਦੀ ਪਾਇਆ ਨਹੀਂ। ਉਹ ਪਰਮਾਤਮਾ ਨੂੰ ਜਾਣ ਸਕੇ, ਉਹ ਤੇ ਉਹਦੇ ਗੁਣਾਂ ਨੂੰ ਸਮਝ ਕੇ ਉਹਦੇ ਗੁਣਾਂ ਮੁਤਾਬਕ ਜੀ ਸਕਦਾ ਹੈ। ਸਾਧ ਸੰਗਤ ਜਾਣਨਾ, ਸਮੁੰਦਰ ਦੇ ਗਹਿਰਾਈ ਦੇ ਵਿੱਚੋਂ ਤੁਸੀਂ ਪਦਾਰਥ ਲੱਭ ਸਕਦੇ ਹੋ, ਜਿੰਨੇ ਮਰਜ਼ੀ ਲੱਭ ਲਓ, ਉਹਦੇ ਅੰਦਰੋਂ ਤੁਸੀਂ ਬਹੁਤ ਕੁਝ ਖਜ਼ਾਨਾ ਖੋਜ ਸਕਦੇ ਹੋ, ਪਰ ਧਿਆਨ ਦੇਣਾ ਉਹਦਾ ਅੰਤ ਨਹੀਂ ਪਾ ਸਕਦੇ। ਪਾਤਸ਼ਾਹ ਕਹਿੰਦੇ ਨੇ ਇਸ ਧਰਤੀ ਦਾ ਕੋਈ ਅੰਤ ਪਾ ਸਕਿਆ? ਮੈਂ ਛੋਟੀ ਜਿਹੀ ਬੇਨਤੀ ਕਰਦੇ ਆ, ਕਿੰਨਾ ਕੁਝ ਬੰਦਾ ਧਰਤੀ ਵਿੱਚੋਂ ਖੋਜੀ ਜਾ ਰਿਹਾ, ਪਰ ਇਸ ਧਰਤੀ ਦਾ ਕੋਈ ਅੰਤ ਹੈ ਨਹੀਂ। ਸਾਧ ਸੰਗਤ ਇਹ ਦਿੱਤੀ ਜਾ ਰਹੀ ਹੈ, ਬੰਦੇ ਨੂੰ ਦੇ ਰਹੀ ਹੈ, ਨਿਰੰਤਰ ਦੇ ਰਹੀ ਹੈ। ਸ਼ਾਇਦ ਇਨਸਾਨ ਮੁੱਕ ਜਾਣਗੇ, ਪਰ ਇਹਦਾ ਦੇਣ ਦਾ ਸੁਭਾਅ ਨਹੀਂ ਮੁੱਕੇਗਾ। ਕਿਉਂ? ਕਿਉਂਕਿ ਕਰਤੇ ਦੇ ਹੁਕਮ ਵਿੱਚ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ। ਉਹ ਆਪ ਆਪਣੀ ਕੁਦਰਤ ਦੇ ਪਸਾਰੇ ਨੂੰ ਜਾਣਦਾ ਹੈ, ਉਹ ਕਿੰਨਾ ਵੱਡਾ ਹੈ, ਉਹ ਗਿਣਤੀ ਦੇ ਹਿੰਸਿਆਂ ਵਿੱਚ ਨਹੀਂ ਆਉਂਦਾ। ਜੇ ਕੋਈ ਇੱਕ ਮਨੁੱਖ ਇਸ ਗੱਲ ਪਿੱਛੇ ਲੱਗ ਜਾਏ, ਉਹ ਮੂਰਖ ਪਚ ਜਾਂਦਾ ਹੈ, ਖੁਆਰ ਹੋ ਜਾਂਦਾ ਹੈ, ਉਹਦਾ ਸਰੀਰ ਬਿਨਸ ਜਾਂਦਾ ਹੈ, ਪਰ ਕਰਤਾ ਉਹਦੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਿਹਰਮਤ ਕਰਨ, ਇਹਨਾਂ ਅੰਮ੍ਰਿਤ ਬਚਨਾਂ ਨੂੰ ਸਮਝਣ ਦੀ ਦਾਤ ਆਪਣੇ ਚਰਨਾਂ ਵਿੱਚੋਂ ਬਖਸ਼ ਦੇਣ। ਹੋਈਆਂ ਗਲਤੀਆਂ ਬਖਸ਼ ਲੈਣੀਆਂ। ਸਾਧ ਸੰਗਤ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।